Next topic is pseudo-unimolecular reaction. So there are two examples of pseudo-unimolecular reaction. First is hydrolysis of ethyl acetate, second is inversion of cane sugar. Both the reaction are biomolecular but they are found to be first order. ਜਦੋਂ ਆਪਾਂ ਇਹਨਾਂ ਨੂੰ experimentally ਦੇਖਦੇ ਹਾਂ ਤਾਂ ਇਹ first order reaction ਹੁੰਦੀਆਂ ਨੇ. ਸੋ ਫਸਟ ਆਰਡਰ ਰਿਐਕਸ਼ਨ ਦੇ ਲਈ ਰੇਟ ਆਫ ਰਿਐਕਸ਼ਨ ਇਸ ਦੇ ਡਿਪੈਂਡ ਕਰਦਾ ਕੰਸਨਟ੍ਰੇਸ਼ਨ ਆਫ ਇਥਾਈਲ ਐਸੀਟੇਟ ਓਨਲੀ. ਸੈਕਿੰਡ ਰਿਐਕਸ਼ਨ ਦੇ ਵਿੱਚ ਵੀ ਜੋ ਰੇਟ ਆਫ ਰਿਐਕਸ਼ਨ ਉਹ ਡਿਪੈਂਡ ਕਰਦਾ ਕੰਸਨਟ੍ਰੇਸ਼ਨ ਆਫ ਸੁਕਰੋਜ਼ ਓਨਲੀ. So such reaction which are not truly of first order but under certain condition become a reaction first order, they are known as pseudo-unimolecular reaction. Now the kinetics of the first reaction, that is hydrolysis of ethyl acetate, is given by these derivations. So in this case कि जो one of the product है ਉਹਦੀ ਅਮਾਊਂਟ ਆਪਾਂ ਫਾਈਂਡ ਕਰਨ ਦੇ ਲਈ ਟਾਈਟਰੇਸ਼ਨ ਕਰਦੇ ਹਾਂ ਅਗੇਂਸਟ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ. ਮੀਨਸ ਇਹ ਜੋ ਐਸਿਡ ਹੈ ਇਹਦੀ ਅਮਾਊਂਟ ਫਾਈਂਡ ਆਊਟ ਕਰਨ ਦੇ ਲਈ ਟਾਈਟਰੇਸ਼ਨ ਕੀਤਾ ਜਾਂਦਾ ਵਿਦ ਸੋਡੀਅਮ ਹਾਈਡਰੋਕਸਾਈਡ. ਬਟ ਇਹ ਰਿਐਕਸ਼ਨ ਐਸਿਡ ਕੈਟਾਲਾਈਜ਼ਡ ਰਿਐਕਸ਼ਨ ਹੈ, ਇਸ ਕਰਕੇ ਜੋ ਇਸ ਦੇ ਵਿੱਚ ਐਸਿਡ ਪ੍ਰੈਜ਼ੈਂਟ ਹੈ ਐਜ਼ ਅ ਕੈਟਾਲਾਈਜ਼ਡ ਉਹ ਵੀ ਜੋ ਰਿਐਕਟ ਕਰ ਜਾਂਦਾ ਸੋਡੀਅਮ ਹਾਈਡਰੋਕਸਾਈਡ. ਸੋ ਇਸ ਕਰਕੇ ਇਹਦੇ ਵਿੱਚ ਥੋੜ੍ਹਾ ਮਤਲਬ experiment ਜਦੋਂ ਕਰਦੇ ਹਾਂ a little carefully thought reveals that for same volume of reaction mixture withdrawn at a different time what happens in this case ਕਿ ਜੋ ਵੋਲੀਅਮ ਹੈ NaOH ਸੋਲਿਊਸ਼ਨ ਦਾ ਯੂਜ਼ ਹੁੰਦਾ ਬਿਗਨਿੰਗ ਐਟ ਅ ਜ਼ੀਰੋ ਟਾਈਮ ਅਤੇ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ ਅਮਾਊਂਟ ਆਫ ਐਸਿਡ ਪ੍ਰੈਜ਼ੈਂਟ ਓਨਲੀ ਐਜ਼ ਅ ਕੈਟਾਲਿਸਟ. ਬਿਕੋਜ਼ ਜਦੋਂ ਰਿਐਕਸ਼ਨ ਸਟਾਰਟ ਹੋਈ ਆ ਉਸ ਟਾਈਮ ਇਹ ਵਾਲਾ ਐਸਿਡ ਤਾਂ ਬਣੇ ਹੀ ਨਹੀਂ ਆ, ਤਾਂ ਜੋ NaOH ਸੋਲਿਊਸ਼ਨ ਹੈ ਉਸਦਾ ਵੋਲੀਅਮ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ ਉਹ ਵਾਲੇ ਐਸਿਡ ਦੇ ਜਿਹੜਾ ਯੂਜ਼ ਹੁੰਦਾ ਐਜ਼ ਅ ਕੈਟਾਲਾਈਸਟ. ਠੀਕ ਹੈ. ਨੈਕਸਟ ਵੋਲੀਅਮ ਆਫ NaOH ਸੋਲਿਊਸ਼ਨ ਯੂਜ਼ਡ ਐਟ ਐਨੀ ਟਾਈਮ, ਇਹ ਦੋਨਾਂ ਦੇ ਸਮ ਦੇ ਇਕੁਅਲ ਹੋਊਗਾ ਅਮਾਊਂਟ ਆਫ ਐਸਿਡ ਪ੍ਰੈਜ਼ੈਂਟ ਐਜ਼ ਅ ਕੈਟਾਲਿਸਟ ਐਂਡ ਅਮਾਊਂਟ ਆਫ ਐਸਟਿਕ ਐਸਿਡ ਪ੍ਰੋਡਿਊਸਡ. So from both these equations the amount of acetic acid produced at any instant of time is directly proportional to Vt minus V0. ਬਿਕੋਜ਼ ਫਸਟ ਇਕੁਏਸ਼ਨ ਦੇ ਵਿੱਚ ਐਸਟਿਕ ਐਸਿਡ ਨਹੀਂ ਆਇਆ ਸੀ, ਸੈਕਿੰਡ ਦੇ ਵਿੱਚ ਐਸਟਿਕ ਐਸਿਡ ਆਇਆ, ਤਾਂ ਐਸਟਿਕ ਐਸਿਡ ਦੀ ਅਮਾਊਂਟ ਦੇ ਲਈ ਦੋਨਾਂ ਦੇ ਵੋਲੀਅਮ ਨੂੰ ਸਬਟਰੈਕਟ ਕਰ ਸਕਦੇ ਹਾਂ. ਬਟ ਵੀ ਨੋ ਕਿ ਅਮਾਊਂਟ ਆਫ ਐਸਟਿਕ ਐਸਿਡ ਪ੍ਰੋਡਿਊਸਡ ਐਟ ਐਨੀ ਇੰਸਟੈਂਟ ਆਫ ਟਾਈਮ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਅਮਾਊਂਟ ਆਫ ਇਥਾਈਲ ਐਸੀਟੇਟ ਜਿਹੜਾ ਰਿਐਕਟ ਕੀਤਾ ਜਾਂਦਾ ਐਕਸ. ਸੋ ਇਹਨਾਂ ਦੇ ਵਿੱਚ ਲੈਫਟ ਹੈਂਡ ਸਾਈਡ ਇਕੁਅਲ ਨੇ, ਸੋ ਰਾਈਟ ਹੈਂਡ ਸਾਈਡ ਦੀ ਵੈਲਿਊ ਕੀ ਹੋ ਜੂਗੀ ਇਕੁਅਲ ਹੋ ਜੂਗੀ. ਐਕਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ Vt ਮਾਈਨਸ V0. ਓਕੇ. ਸਿਮਿਲਰਲੀ ਜਦੋਂ ਆਪਾਂ ਆਫਟਰ ਇਨਫਾਈਨਾਈਟ ਟਾਈਮ ਦੇਖਾਂਗੇ NaOH ਦਾ ਵੋਲੀਅਮ ਯੂਜ਼ਡ ਆਫਟਰ ਇਨਫਾਈਨਾਈਟ ਟਾਈਮ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ, ਇੱਕ ਤਾਂ ਅਮਾਊਂਟ ਆਫ ਐਸਿਡ ਜਿਹੜੀ ਐਜ਼ ਅ ਕੈਟਾਲਿਸਟ ਪਲੱਸ ਮੈਕਸੀਮਮ ਅਮਾਊਂਟ ਆਫ ਐਸਟਿਕ ਐਸਿਡ ਪ੍ਰੋਡਿਊਸਡ. ਓਕੇ. ਸੋ ਬਟ ਜੋ ਆਫਟਰ ਇਨਫਾਈਨਾਈਟ ਟਾਈਮ ਉਹਦਾ ਵੋਲੀਅਮ ਯੂਜ਼ਡ ਹੁੰਦਾ ਵੀ ਨੋ ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਸੀਗਾ ਦਿਸ ਤੋਂ. ਸੋ ਇੱਥੋਂ ਕਨਕਲੂਜ਼ਨ ਇਹ ਨਿਕਲ ਰਿਹਾ ਮੈਕਸੀਮਮ ਅਮਾਊਂਟ ਆਫ ਐਸਟਿਕ ਐਸਿਡ ਪ੍ਰੋਡਿਊਸਡ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ V ਇਨਫਾਈਨਾਈਟ ਮਾਈਨਸ V0. ਮਤਲਬ ਜਿਵੇਂ ਇੱਥੇ ਸੀਗਾ Vt ਮਾਈਨਸ V0 ਇੱਥੇ ਐਟ ਐਨੀ ਇੰਸਟੈਂਟ ਆਫ ਟਾਈਮ ਸੀ, ਬਟ ਇੱਥੇ ਮੈਕਸੀਮਮ ਜੋ ਪ੍ਰੋਡਿਊਸਡ ਹੋ ਰਿਹਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ V ਇਨਫਾਈਨਾਈਟ ਮਾਈਨਸ V0. ਬਟ ਮੈਕਸੀਮਮ ਐਸਟਿਕ ਐਸਿਡ ਪ੍ਰੋਡਿਊਸ ਕਦੋਂ ਹੋਊਗਾ, ਜਦੋਂ ਇਥਾਈਲ ਐਸੀਟੇਟ ਦੀ ਕੰਸਨਟ੍ਰੇਸ਼ਨ ਇਨੀਸ਼ੀਅਲ ਸੀ A. ਸੋ A ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ V ਇਨਫਾਈਨਾਈਟ ਮਾਈਨਸ V0. ਸੋ ਆਪਣੇ ਕੋਲ A ਦੀ ਵੈਲਿਊ ਆ ਗਈ, X ਦੀ ਵੈਲਿਊ ਆ ਗਈ. A ਮਾਈਨਸ X ਦੀ ਵੈਲਿਊ ਕੈਲਕੂਲੇਟ ਕਰਨ ਦੇ ਲਈ A ਵਾਲੀ ਇਕੁਏਸ਼ਨ ਦੇ ਵਿੱਚੋਂ A ਵਾਲੀ ਇਕੁਏਸ਼ਨ ਸਬਟਰੈਕਟ ਕਰ ਦਾਂਗੇ ਅਤੇ ਫਾਈਨਲੀ A ਮਾਈਨਸ X ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ V ਇਨਫਾਈਨਾਈਟ ਮਾਈਨਸ Vt. ਇਹ ਫਾਰਮੂਲਾ ਦੇ ਵਿੱਚ ਇਸ ਦੀ ਵੈਲਿਊ ਕੀ ਹੋ ਜੂਗੀ ਪੁੱਟ ਅਪ ਹੋ ਜੂਗੀ. ਸੋ ਇਹ ਸੀਗਾ ਹਾਈਡਰੋਲਿਸਿਸ ਆਫ ਇਥਾਈਲ ਐਸੀਟੇਟ. Hydrolysis of ethyl acetate is the example of pseudo first order reactions. Second example of this is the inversion of cane sugar. ਇਸ ਦੇ ਵਿੱਚ ਕੀ ਹੈ, ਸੁਕਰੋਜ਼ ਨੂੰ ਜਦੋਂ ਆਪਾਂ ਰਿਐਕਟ ਕਰਾਂਗੇ ਵਾਟਰ ਦੇ ਨਾਲ ਤਾਂ ਗਲੂਕੋਜ਼ ਅਤੇ ਫਰਕਟੋਜ਼ ਬਣਾ ਰਿਹਾ. ਸੁਕਰੋਜ਼ ਹੈ ਡੈਕਸਟਰੋ ਰੋਟੇਟਰੀ, ਇਹ ਹੈਗਾ ਡੈਕਸਟਰੋ ਰੋਟੇਟਰੀ, ਦਿਸ ਇਜ਼ ਲੀਵੋ ਰੋਟੇਟਰੀ. ਬਟ ਇਸ ਦੇ ਲੀਵੋ ਰੋਟੇਟਰੀ ਦੀ ਅਮਾਊਂਟ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਦਿਸ ਪ੍ਰੋਡਕਟ. ਸੋ ਓਵਰਆਲ ਇੱਥੇ ਕੀ ਬਣ ਜੂਗਾ ਲੀਵੋ ਰੋਟੇਟਰੀ. ਸੋ ਰਿਐਕਟੈਂਟ ਸੀਗਾ ਡੈਕਸਟਰੋ ਰੋਟੇਟਰੀ, ਪ੍ਰੋਡਕਟ ਹੈ ਲੀਵੋ ਰੋਟੇਟਰੀ.
ਇਸ ਕਰਕੇ ਇਹ ਰਿਐਕਸ਼ਨ ਨੂੰ ਕਹਿੰਦੇ ਆ ਇਨਵਰਜ਼ਨ ਰਿਐਕਸ਼ਨ। ਡੈਕਸਟਰੋ ਤੇ ਲੀਵੋ ਕੀ ਹੁੰਦੇ ਆ, ਇਹ ਰਜੇ ਮਾਊਂਟ ਹੁੰਦੀ ਆ ਕਿ ਪਲੇਨ ਪੋਲਰਾਈਜ਼ਡ ਲਾਈਟ ਨੂੰ ਅਗਰ ਰਾਈਟ ਵੱਲ ਰੋਟੇਟ ਹੁੰਦਾ ਤਾਂ ਡੈਕਸਟਰੋ ਰੋਟੇਟਰੀ ਹੁੰਦਾ, ਅਗਰ ਲੈਫਟ ਵੱਲ ਰੋਟੇਟ ਕੀਤਾ ਜਾਂਦਾ ਤਾਂ ਉਹ ਲੀਵੋ ਰੋਟੇਟਰੀ ਹੁੰਦਾ। ਠੀਕ ਹੈ, ਸੋ ਇਹਦੇ ਕਾਇਨੈਟਿਕਸ ਨੂੰ ਆਪਾਂ ਸਟੱਡੀ ਕਰਨ ਵਾਸਤੇ ਆਪਾਂ ਨੂੰ ਦੇਖਣਾ ਪਊਗਾ ਐਂਗਲ ਆਫ rotation at different interval of time with the help of polarimetry, because levo rotatory ਤੇ dextro rotatory usually ਕੀ ਹੁੰਦੇ ਨੇ, plane polarized light ਨੂੰ ਕਿੰਨੇ amount ਤੇ rotate ਕਰਦੇ ਨੇ ਤਾਂ angle ਤੇ ਹੀ depend ਕਰਦਾ। Now reading of polarimetry at 0 time r0, after some time rt and after infinite time t ਨਹੀਂ ਆਏਗਾ ਇੱਥੇ, r infinite ਆਏਗਾ, correct it, okay। ਨੌ ਹੁਣ ਇੱਥੋਂ ਦੇਖ ਸਕਦੇ ਆ ਐਂਗਲ ਜਿਵੇਂ ਆ 0 ਤੇ ਹੋਊਗਾ, ਐਂਗਲ ਤਾਂ ਇਹੀ ਵਾਲਾ ਹੋਊਗਾ ਨਾ, ਮਤਲਬ ਆਰ ਟੀ ਅਤੇ ਆਰ 0 ਦੇ ਵਿੱਚ ਡਿਫਰੈਂਸ, ਇਹ ਵਾਲੇ ਐਂਗਲ ਦੇ ਲਈ, ਇਹ ਵਾਲੇ ਐਂਗਲ ਦੇ ਲਈ ਆਰ ਟੀ ਅਤੇ ਆਰ 0 ਦੇ ਵਿੱਚ ਡਿਫਰੈਂਸ। ਠੀਕ ਹੈ, ਸੋ ਐਂਗਲ ਆਫ rotation at any instant of time r0 minus rt is directly proportional to amount of sucrose hydrolysis and angle of rotation after infinite time r0 minus r infinite is directly proportional to initial concentration. So A is directly proportional to this. So after solving this, the final expression becomes this. Means ਇਹਦੇ ਵਿੱਚ ਪਹਿਲਾਂ ਰੀਡਿੰਗ ਦੇਖਣੀ ਆ polarimetry ਤੇ, r ਟਾਈਮ 0 t ਤੇ ਇਨਫਾਈਨਾਈਟ ਟਾਈਮ ਤੇ ਰੀਡਿੰਗ ਦੇਖਣੀ ਆ polarimeter ਦੀ। ਹੁਣ ਜਿਹੜਾ ਐਂਗਲ ਆਫ ਰੋਟੇਸ਼ਨ ਹੁੰਦਾ ਉਹ ਇਹਨਾਂ ਦੇ ਡਿਫਰੈਂਸ ਦੇ ਇਕੁਅਲ ਹੁੰਦਾ, ਆਹ ਚੀਜ਼ ਧਿਆਨ ਰੱਖਣੀ ਆ, ਇਹ ਤੁਸੀਂ ਫਿਗਰ ਤੋਂ ਵੀ ਦੇਖ ਸਕਦੇ ਹੋ। ਸੋ ਐਂਗਲ ਆਫ ਰੋਟੇਸ਼ਨ ਐਟ ਐਨੀ ਇੰਸਟੈਂਟ ਆਫ ਟਾਈਮ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਅਮਾਊਂਟ ਆਫ ਸੁਕਰੋਜ਼ ਹਾਈਡਰੋਲਜ਼ਡ, ਐਂਡ ਇਨਫਾਈਨਾਈਟ ਟਾਈਮ 'ਤੇ ਕੀ ਹੋਊਗਾ, ਇਨੀਸ਼ੀਅਲ ਕੰਸਨਟ੍ਰੇਸ਼ਨ। ਐਂਡ ਦੈਟਸ ਇਟ ਫॉर ਦੀ ਡੇ। C2 ਫਸਟ ਆਰਡਰ ਰਿਐਕਸ਼ਨ ਦੀਆਂ ਇਹ ਦੋ ਹੀ ਐਗਜ਼ਾਮਪਲ ਸੀ।